ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਅਸੀਂ ਹਮੇਸ਼ਾ ਲੀਡਰਸ਼ਿਪ ਦੇ ਉੱਤੇ ਸਵਾਲ ਚੁੱਕਦੇ ਹਾਂ ਤੇ ਚੁੱਕਣੇ ਬਣਦੇ ਵੀ ਨੇ। ਭਾਵੇਂ ਭਾਰਤ ਦੇ ਵੰਡ ਦੀ ਗੱਲ ਹੋਵੇ ਸਨ 1947, ਭਾਵੇਂ ਪੰਜਾਬ ਦੇ ਪੰਜਾਬੀ ਸੂਬਾ ਬਣਨ ਦੀ ਗੱਲ ਹੋਵੇ ਕਿ ਪੰਜਾਬੀ ਭਾਸ਼ਾ ਦੇ ਆਧਾਰ ਦੇ ਉੱਤੇ ਕਿਵੇਂ ਪੰਜਾਬ ਨੂੰ ਵੰਡ ਦਿੱਤਾ ਗਿਆ, ਭਾਵੇਂ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੀ ਗੱਲ ਹੋਵੇ ਤੇ ਭਾਵੇਂ ਹੁਣ ਮਿਸ਼ਨ 22 ਪੰਜਾਬ ਦੀਆਂ ਚੋਣਾਂ ਦੀ ਗੱਲ ਹੋਵੇ, ਅਸੀਂ ਵੱਖੋ-ਵੱਖ ਸਿਆਸੀ ਪਾਰਟੀ ਦੀਆਂ ਲੀਡਰਸ਼ਿਪ ਦੇ ਉੱਤੇ ਜ਼ਰੂਰ ਸਵਾਲ ਚੁੱਕਦੇ ਹਾਂ ਤੇ ਅਸੀਂ ਤਵੱਕੋ ਕਰਦੇ ਹਾਂ ਕਿ ਇਹ ਲੀਡਰਸ ਸਾਡੇ ਬਣਦੇ ਸਵਾਲਾਂ ਦੇ ਜਵਾਬ ਜ਼ਰੂਰ ਦੇਣਗੇ। ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬ ਚਰਚਾ ਦੇ ਵਿੱਚ। ਮੈਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਪ੍ਰੋਗਰਾਮ ਪੰਜਾਬ ਚਰਚਾ ਤੇ ਅੱਜ ਸਾਡੇ ਨਾਲ ਬਣੇ ਹੋਏ ਨੇ ਸੀਨੀਅਰ ਜਰਨਲਿਸਟ ਸ਼੍ਰੀ ਗੁਰਮੀਤ ਪਲਾਹੀ ਜੀ। ਸਵਾਗਤ ਕਰਦੇ ਹਾਂ ਸਰ ਸ਼ੋਅ ਦੇ ਵਿੱਚ ਤੁਹਾਡਾ। ਮਿਹਰਬਾਨੀ ਜੀ, ਸ਼ੁਕਰੀਆ। पलाई साहब, सियासत मगी हुई है, सियासी पार्टियां ने सियासत मगा दी है, पर एक सियासी पार्टी जो सियासी नहीं है, अंदोलनकारी ने, वो हुण सियासत दे मैदान विच नितरे ने। पंजाब समाज मोर्चा दे रूप दे विच संयुक्त समाज मोर्चा लैके आए ने। किसानां दा मोर्चा है संयुक्त किसान मोर्चा, ਉਹਦੇ ਵਿੱਚੋਂ ਨਿਕਲੀ ਹੋਈ ਪਾਰਟੀ। ਕੋਈ ਰਾਜਨੀਤੀ ਦਾ ਤਜਰਬਾ ਨਹੀਂ। ਹਾਂ, ਰਾਜਨੀਤੀ ਵੇਖੀ ਜ਼ਰੂਰ ਹੈ, ਹੰਡਾਈ ਜ਼ਰੂਰ ਹੈ, ਪਰ ਪਹਿਲੀ ਵਾਰ ਮੈਦਾਨ ਵਿੱਚ ਆਏ ਨੇ ਅੰਦੋਲਨ ਤੋਂ ਬਾਅਦ। ਦੇਖੋ, ਇਸ ਵੇਲੇ ਸਥਿਤੀ ਇਸ ਕਿਸਮ ਦੀ ਬਣੀ ਹੋਈ ਹੈ ਕਿ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਇਹਨਾਂ ਕਿਸਾਨਾਂ ਨੂੰ, ਜਿਨ੍ਹਾਂ ਨੇ ਬਹੁਤ ਵੱਡੀ ਜੰਗ ਜਿਹੜੀ ਹੈ ਜਿੱਤੀ ਸੀ, ਇੱਕ ਇਹੋ ਜਿਹੀ ਸਰਕਾਰ ਨੂੰ ਨੀਵੇਂ ਹੋਣ ਤੇ ਮਜਬੂਰ ਕਰ ਦਿੱਤਾ ਸੀ, ਜਿਹੜੀ ਸਰਕਾਰ ਇੱਕ ਡਿਕਟੇਟਰਾਨਾ ਰਵੱਈਆ ਲੈ ਕੇ ਇਹਨਾਂ ਕਿਸਾਨਾਂ ਜਥੇਬੰਦੀਆਂ ਦੇ ਨਾਲ, ਕਿਸਾਨਾਂ ਦੇ ਨਾਲ ਬੜਾ ਦੁਪਿਆਰਾ ਵਰਤਾਵ ਕਰ ਰਹੀ ਸੀ ਜੀ। ਉਸ ਸਥਿਤੀ ਦੇ ਵਿੱਚ ਜਿਹੜੀ ਇਸ ਵੇਲੇ ਬਣੀ ਹੋਈ ਹੈ, ਉਸ ਵਿੱਚ ਆਮ ਤੌਰ ਤੇ ਇਹ ਗੱਲ ਚਿੰਤਕ ਮਹਿਸੂਸ ਕਰਦੇ ਨੇ ਕਿ ਕਿਸਾਨਾਂ ਨੂੰ ਕਿਸੇ ਵੀ ਸਿਆਸੀ ਧਿਰ ਦੇ ਨਾਲ ਖੜ ਕੇ ਜਾਂ ਆਪਣੀ ਪਾਰਟੀ ਬਣਾ ਕੇ ਮੈਦਾਨ ਵਿੱਚ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਇੱਕ ਸੰਯੁਕਤ ਮੋਰਚਾ ਬਣਿਆ ਹੋਇਆ ਹੈ ਕਿਸਾਨਾਂ ਦਾ। ਕਿਸਾਨਾਂ ਦੇ ਉਸ ਸੰਯੁਕਤ ਮੋਰਚੇ ਦੇ ਵਿੱਚ 40 ਤੋਂ ਵੱਧ ਜਿਹੜੀਆਂ ਵੱਖੋ ਵੱਖਰੀਆਂ ਜਥੇਬੰਦੀਆਂ ਨੇ, ਉਹਨਾਂ ਜਥੇਬੰਦੀਆਂ ਦੇ ਆਪੋ ਆਪਣੇ ਵਿਧਾਨ ਨੇ। ਉਹਨਾਂ ਵਿਧਾਨ ਦੇ ਅਨੁਸਾਰ ਉਹਨਾਂ ਨੇ ਸਿਆਸਤ ਵਿੱਚ ਆਉਣ ਜਾਂ ਨਾ ਆਉਣ ਦਾ ਅਹਿਦ ਕੀਤਾ ਹੋਇਆ। ਸੋ ਇਸ ਮਾਮਲੇ ਦੇ ਉੱਤੇ ਬਹੁਤ ਵੱਡੀ ਆਪਸ ਵਿੱਚ ਫਰਕ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ, ਜਿਸ ਵੇਲੇ 22 ਜਥੇਬੰਦੀਆਂ ਨੇ ਫੈਸਲਾ ਕਰ ਲਿਆ ਕਿ ਅਸੀਂ ਇੱਕ ਧਿਰ ਬਣ ਕੇ, ਸਿਆਸੀ ਧਿਰ ਬਣ ਕੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈਣਾ ਹੈ। ਇੱਕ ਉਹ ਧਿਰ ਹੋਇਆ ਕਰਦੀ ਸੀ ਚੜੂਨੀ, ਜਿਨ੍ਹਾਂ ਦੇ ਨੇਤਾ ਸਨ ਕਿਸਾਨ ਨੇਤਾ, ਤੇ ਉਸ ਵੇਲੇ ਜਦੋਂ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਉਹ ਚੋਣ ਲੜਨਗੇ, ਤੇ ਬਹੁਤੀਆਂ ਹਾਲਤਾਂ ਦੇ ਵਿੱਚ ਇਹ ਸੰਯੁਕਤ ਮੋਰਚੇ ਨੇ, ਕਿਸਾਨ ਸੰਯੁਕਤ ਮੋਰਚੇ ਨੇ ਉਹਨਾਂ ਦਾ ਵਿਰੋਧ ਕੀਤਾ ਸੀ, ਸਾਂਝੇ ਤੌਰ ਤੇ ਵਿਰੋਧ ਕੀਤਾ ਸੀ। ਤੇ ਅੱਜ ਜਿਸ ਵੇਲੇ ਇਹ ਜਥੇਬੰਦੀਆਂ ਆਪ ਉਸ ਰਾਹ ਤੇ ਤੁਰ ਪਈਆਂ ਨੇ ਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਕੀ ਇਹ ਜਥੇਬੰਦੀਆਂ ਪੰਜਾਬ ਦੇ ਹਿੱਤਾਂ ਦੀ ਖਾਤਰ ਲੜ ਰਹੀਆਂ ਨੇ ਜਾਂ ਸਿਰਫ ਤੇ ਸਿਰਫ ਆਪਣਾ ਕੁਰਸੀ ਪ੍ਰਾਪਤੀ ਦੇ ਲਈ ਇਹਨਾਂ ਦਾ ਜਿਹੜਾ ਹੈ ਨਿਸ਼ਾਨਾ ਹੈ। ਸੋ ਬੜੇ ਵੱਡੇ ਸਵਾਲ ਖੜੇ ਹੋਏ ਨੇ। ਇਸ ਗੱਲ ਦੇ ਸਵਾਲ ਵੀ ਖੜੇ ਹੋਏ ਨੇ ਕਿ ਇਹ ਕਿਸੇ ਸਿਆਸੀ ਧਿਰ ਦੇ ਨਾਲ ਸਾਂਝ ਪਾ ਕੇ ਲੜਨਗੇ ਜਾਂ ਇਕੱਲੇ ਹੀ ਇਸ ਮੈਦਾਨ ਦੇ ਵਿੱਚ ਨਿਤਰਨਗੇ, ਕਿਉਂਕਿ ਸਾਨੂੰ ਦੇਖਣ ਦੇ ਵਿੱਚ ਇਹ ਮਿਲ ਰਿਹਾ ਕਿ ਇਹ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋ ਕੇ ਚੋਣ ਲੜ ਰਹੀਆਂ ਨੇ, ਇਹਨਾਂ ਦੇ ਕੋਲ ਆਪਣਾ ਕੋਈ ਵੱਡਾ ਆਧਾਰ ਨਹੀਂ ਹੈ, ਇਹਨਾਂ ਦੇ ਕੋਲ ਆਪਣਾ ਕੋਈ ਵੱਡਾ ਕਾਡਰ ਨਹੀਂ ਹੈ, ਇਹਨਾਂ ਕੋਲ ਆਪਣੀ ਕੋਈ ਇਹੋ ਜਿਹਾ ਵਿਜ਼ਨ ਬਣਾਇਆ ਹੋਇਆ ਨਹੀਂ ਹੈ। ਇਹ ਤਾਂ ਸਿਰਫ ਪੰਜਾਬ ਦੇ ਮੁੱਦੇ ਮਸਲੇ ਜਿਹੜੇ ਨੇ ਉਹਨਾਂ ਨੂੰ ਉਭਾਰ ਕੇ ਇਲੈਕਸ਼ਨ ਲੜਨਾ ਚਾਹੁੰਦੇ ਨੇ। ਹਾਂਜੀ, ਇਹ ਚੰਗੀ ਗੱਲ ਹੈ ਜੇ ਸਿਰਫ ਇਸੇ ਗੱਲ ਤੇ ਲੜਨਾ ਚਾਹੁੰਦੇ ਹੋਣਗੇ ਜਾਂ ਮਜਬੂਰੀ ਵਸ ਲੜਨਾ ਚਾਹੁੰਦੇ ਹੋਣਗੇ, ਕਿਉਂਕਿ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੋਵੇਗਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਰਾਜਨੀਤਿਕ ਖਲਾਅ ਜਿਹੜਾ ਹੈ ਉਹ ਬਣਿਆ ਹੋਇਆ। ਇਸ ਖਲਾਅ ਨੂੰ ਪੂਰਾ ਕਰਨ ਲਈ ਕਦੇ ਇਹ ਗੱਲ ਕਹੀ ਜਾਂਦੀ ਸੀ ਕਿ ਆਮ ਆਦਮੀ ਪਾਰਟੀ ਵਾਲੇ ਇਸ ਖਲਾਅ ਨੂੰ ਪੂਰੀਆਂ ਕਰ ਦੇਣਗੇ, ਪਰ ਪਿਛਲੇ ਸਮੇਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਉਹ ਪਾਰਟੀ ਵੀ ਬਾਕੀ ਰਵਾਇਤੀ ਪਾਰਟੀਆਂ ਦੇ ਵਾਂਗਰ
ਕੰਮ ਕਰਨ ਲੱਗ ਪਈ ਤੇ ਇਸ ਖਲਾਅ ਨੂੰ ਪੂਰਾ ਕਰਨ ਦੇ ਵਿੱਚ ਉਹ ਕਾਮਯਾਬ ਨਹੀਂ ਹੋਈ ਜੀ। ਤੇ ਹੁਣ ਇੱਕ ਧਿਰ ਬਣ ਕੇ ਇਹ ਸਮਾਜ ਕਿਸਾਨ ਸਮਾਜ ਮੋਰਚਾ ਜਿਹੜਾ ਬਣਿਆ ਹੈ, ਇਸ ਨੇ ਮਨ ਦੇ ਵਿੱਚ ਇਹ ਧਾਰੀ ਹੈ ਆਪਣੇ ਵੱਖੋ ਵੱਖਰੇ ਜਿਹੜੇ ਇਹਨਾਂ ਦੇ ਧਿਰਾਂ ਨੇ, ਉਹਨਾਂ ਨੇ ਆਪਸ ਵਿੱਚ ਵਿਚਾਰ ਕਰਕੇ ਕਿ ਇੱਕ ਜਿਹੜਾ ਰਾਜਨੀਤਿਕ ਖਲਾਅ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਉਸ ਨੂੰ ਅਸੀਂ ਪੂਰਿਆਂ ਕਰਨਾ ਹੈ। ਕਿਉਂਕਿ ਪੰਜਾਬ ਦੇ ਲੋਕ, ਪੰਜਾਬ ਦੀਆਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ, ਉਹਨਾਂ ਸਾਰੀਆਂ ਤੋਂ ਬਹੁਤ ਹੀ ਖਫਾ ਨੇ, ਉਹਨਾਂ ਸਾਰੀਆਂ ਤੋਂ ਪਰੇਸ਼ਾਨ ਨੇ। ਉਹ ਮਹਿਸੂਸ ਕਰਦੇ ਨੇ ਕਿ ਇਹ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਸਾਹਮਣੇ ਨਹੀਂ ਆ ਰਹੀਆਂ, ਉਹਨਾਂ ਦੇ ਨਾਲ ਉਸ ਢੰਗ ਦਾ ਵਰਤਾਅ ਨਹੀਂ ਕਰ ਰਹੀਆਂ ਜਿਸ ਢੰਗ ਦਾ ਵਰਤਾਅ ਇੱਕ ਸਮਾਜ ਸੇਵਕ ਤੇ ਇੱਕ ਵੋਟਰ ਦੇ ਦਰਮਿਆਨ ਹੋਣਾ ਚਾਹੀਦਾ। ਸਗੋਂ ਇਸ ਗੱਲ ਦਾ ਵਰਤਾਅ ਕਰ ਰਹੀਆਂ ਨੇ ਕਿ ਉਹਨਾਂ ਦੇ ਪੱਲੇ ਜੋ ਹੈ, ਵੋਟਰ ਦੇ ਪੱਲੇ ਜੋ ਹੈ, ਉਸ ਨੂੰ ਖੋਣਾ ਚਾਹੁੰਦੀਆਂ ਨੇ, ਪਰ ਉਹਨਾਂ ਨੂੰ ਆਪਣੇ ਤੌਰ ਤੇ ਕੁਝ ਵੀ ਦੇਣ ਨੂੰ ਤਿਆਰ ਨਹੀਂ ਹੋ ਰਹੀਆਂ। ਭਾਵੇਂ ਕਿ ਰਿਆਇਤਾਂ ਦੀ ਰਾਜਨੀਤੀ ਜਿਹੜੀ ਹੈ ਇਹ ਪਾਰਟੀਆਂ ਕਰ ਰਹੀਆਂ ਨੇ, ਲੋਕਾਂ ਨੂੰ ਪਚਲਾਉਣ ਦੀ ਗੱਲ ਕਰ ਰਹੀਆਂ ਨੇ, ਉਹਨਾਂ ਨੂੰ ਵੱਖਰੇ ਵੱਖਰੇ ਲਾਲਚ ਦੇ ਕੇ ਆਪਣੇ ਨਾਲ ਤੋਰਨ ਦਾ ਯਤਨ ਕਰ ਰਹੀਆਂ ਨੇ। ਪਰ ਜਿਹੜਾ ਕਿਸਾਨ ਮੋਰਚਾ ਹੈ, ਇਸ ਨੇ ਹਾਲੇ ਕੋਈ ਇਹ ਗੱਲ ਦਾ ਫੈਸਲਾ ਤਾਂ ਕਰ ਲਿਆ ਸੰਜੀਵ ਜੀ, ਇਹ ਗੱਲ ਦਾ ਫੈਸਲਾ ਤਾਂ ਕਰ ਲਿਆ ਕਿ ਉਹ ਚੋਣ ਲੜਨਗੇ, ਪਰ ਕਿਹੜੇ ਮੁੱਦਿਆਂ ਤੇ ਚੋਣ ਲੜਨਗੇ, ਕਿਸ ਢੰਗ ਦੇ ਨਾਲ ਚੋਣ ਲੜਨਗੇ, ਕਿਸੇ ਨਾਲ ਸਾਂਝ ਪਿਆਲੀ ਪਾ ਕੇ ਚੋਣ ਲੜਨਗੇ ਜਾਂ ਇਕੱਲੇ ਚੋਣ ਲੜਨਗੇ, ਕਿ ਉਹਨਾਂ ਕੋਲ ਐਡੀ ਵੱਡੀ ਤਾਕਤ ਹੈ ਕਿ ਉਹ ਇਸ ਚੋਣ ਦੇ ਵਿੱਚ ਕੋਈ ਵੱਡੀ ਕਾਰਗੁਜ਼ਾਰੀ ਕਰ ਸਕਣਗੇ। ਇੱਕ ਗੱਲ ਜਿਹੜੀ ਉਹਨਾਂ ਦੇ ਮਨ ਵਿੱਚ ਹੈ, ਜੋ ਮੈਂ ਚਿਤਵ ਰਿਹਾ, ਉਹ ਇਹ ਸੀ ਕਿ ਜੇ ਅਸੀਂ ਚੋਣ ਨਹੀਂ ਲੜਦੇ ਤੇ ਸਾਡੇ ਨਾਲ ਜੁੜੇ ਹੋਏ ਕਿਸਾਨ ਜਿਹੜੇ ਨੇ ਉਹ ਇਕੱਲੇ ਕਹਿ ਰਹੇ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਨਾਲ, ਵੱਖੋ ਵੱਖਰੀਆਂ ਪਾਰਟੀਆਂ ਦੇ ਨਾਲ ਜੁੜ ਕੇ ਤੁਰ ਜਾਣਗੇ ਤੇ ਕੋਈ ਇਹੋ ਜਿਹਾ ਇੰਪੈਕਟ ਜਿਹੜਾ ਹੈ ਉਹ ਜੋ ਚੋਣ ਦੇ ਵਿੱਚ ਬਣਨਾ ਚਾਹੀਦਾ ਸੀ ਉਹ ਨਹੀਂ ਦੇ ਸਕਣਗੇ। ਇਸ ਕਰਕੇ ਸਥਿਤੀ ਕੁਛ ਇਸ ਕਿਸਮ ਦੀ ਬਣਦੀ ਜਾਂਦੀ ਆ ਕਿ ਸਥਿਤੀ ਬਹੁਤੀ ਸਾਫ਼ ਨਹੀਂ ਹੋ ਰਹੀ ਵੀ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਕਿਸ ਗੱਲ ਨੂੰ ਮਿੱਥ ਕੇ ਜਿਹੜੀ ਹੈ ਉਹ ਚੋਣ ਲੜਨ ਦੇ ਰਾਹ ਤੇ ਪਈਆਂ ਨੇ। ਭਾਵੇਂ ਕਿ ਵਿੱਚ ਵਿਚਾਲੇ ਇੱਕ ਗੱਲ ਦੇਖਣ ਨੂੰ ਮਿਲਦੀ ਹੈ ਕਿ ਇਹਨਾਂ ਜਥੇਬੰਦੀਆਂ ਦੇ ਉੱਤੇ NRI ਵੀਰਾਂ ਦਾ ਬਹੁਤ ਵੱਡਾ ਦਬਾਅ ਹੈ, ਕਿਉਂਕਿ ਉਹ ਮਹਿਸੂਸ ਕਰਦੇ ਨੇ ਕਿ ਉਹਨਾਂ NRI ਵੀਰਾਂ ਨੇ ਉਹਨਾਂ ਨੂੰ ਇਸ ਮੁਹਿੰਮ ਦੇ ਵਿੱਚ ਜਿਹੜੀ ਉਹਨਾਂ ਨੇ 1 ਸਾਲ ਦੇ ਸਮੇਂ ਦੇ ਵਿੱਚ ਵਿੱਢੀ, ਉਸ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ, ਬਹੁਤ ਉਹਨਾਂ ਨੂੰ ਇਸ ਗੱਲ ਦੇ ਲਈ ਸਹਾਇਤਾ ਦਿੱਤੀ। ਪਰ ਸਿਰਫ NRI ਵੀਰਾਂ ਦੇ ਕਹਿਣ ਤੇ ਇਹ ਚੋਣ ਲੜ ਲੈਣੀ ਕਿੱਥੋਂ ਤੱਕ ਜਾਇਜ਼ ਹੈ, ਕਿਉਂਕਿ ਜ਼ਮੀਨੀ ਪੱਧਰ ਦੇ ਉੱਤੇ ਇਹਨਾਂ ਨੂੰ ਇਸ ਦ੍ਰਿਸ਼ਟੀਕੋਣ ਦੇ ਵਿੱਚ ਕੀ ਕੁਝ ਪ੍ਰਾਪਤ ਹੋਣ ਵਾਲਾ ਹੋਏਗਾ, ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਦੇਖਣ ਨੂੰ ਮਿਲੇਗਾ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਸੰਜੀਵ ਜੀ ਕਿ 117 ਸੀਟਾਂ ਨੇ, 117 ਸੀਟਾਂ ਦੇ ਉੱਤੇ 117 ਬੰਦੇ ਵੀ ਲੱਭਣੇ ਪੈਣੇ ਨੇ। ਉਹ ਬੰਦੇ ਵੀ ਉਹ ਹੋਣੇ ਚਾਹੀਦੇ ਨੇ ਜਿਹੜੇ ਸਮਾਜਿਕ ਤੌਰ ਤੇ ਜਿਨ੍ਹਾਂ ਦਾ ਆਧਾਰ ਬਣਿਆ ਹੋਵੇ, ਜਿਹੜੇ ਸਿਆਸੀ ਤੌਰ ਤੇ ਵੀ ਚਤੰਨ ਹੋਣ, ਕਿਉਂਕਿ ਸਿਆਸੀ ਕਾਗਾਂ ਦੇ ਨਾਲ ਉਹਨਾਂ ਦੀ ਲੜਾਈ ਹੋਣੀ ਹੈ। ਜੇ ਸਿਆਸੀ ਕਾਗਾਂ ਨਾਲ ਲੜਾਈ ਲੜਨ ਦੇ ਵਿੱਚ ਉਹ ਨਾਕਾਮਯਾਬ ਰਹਿੰਦੇ ਨੇ, ਉਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਮਨ ਵਿੱਚ ਨੇ, ਸਿਆਸੀ ਲੋਕਾਂ ਦੇ, ਉਹਨਾਂ ਦਾ ਟਾਕਰਾ ਕਰਨ ਦੀ ਸਥਿਤੀ ਵਿੱਚ ਨਹੀਂ ਹਨ ਕਿ ਮੈਂ ਵੀ ਇਹ ਉਹਨਾਂ ਦੀ ਬਹੁਤ ਵੱਡੀ ਹਾਰ ਹੋਏਗੀ। ਰੁਲਦੂ ਸਿੰਘ ਜੀ ਕਹਿੰਦੇ ਨੇ ਕਿ ਸਾਡੀ ਪਾਰਟੀ ਦੇ ਵਿੱਚ ਅਸੀਂ ਕਿਰਤੀਆਂ ਨੂੰ ਲੈ ਕੇ ਆਵਾਂਗੇ, ਮਿਹਨਤਕਸ਼ਾਂ ਨੂੰ ਲੈ ਕੇ ਆਵਾਂਗੇ, ਇੰਟੈਲੈਕਚੁਅਲਸ ਨੂੰ ਲੈ ਕੇ ਆਵਾਂਗੇ, ਪ੍ਰੋਫੈਸਰਸ ਨੂੰ ਲੈ ਕੇ ਆਵਾਂਗੇ, ਜੋ ਰਿਟਾਇਰਡ ਪਰਸਨਸ ਨੇ ਵੱਡੇ ਵੱਡੇ ਅਹੁਦਿਆਂ ਤੋਂ, ਉਹਨਾਂ ਨੂੰ ਲੈ ਕੇ ਆਵਾਂਗੇ। ਇਹ ਇੱਕ ਗੱਲ ਹੈ, ਇੱਕ ਵਿਜ਼ਨ ਹੈ, ਇੱਕ ਸੋਚ ਹੈ। ਪਰ ਪਾਰਟੀ ਦਾ ਇੱਕ ਸੰਵਿਧਾਨ ਹੁੰਦਾ, ਇੱਕ ਕਨਸਟੀਟਿਊਸ਼ਨ ਹੁੰਦਾ, ਇੱਕ ਸਟਰਕਚਰ ਹੁੰਦਾ, ਉੱਤੋਂ ਤੋਂ ਲੈ ਕੇ ਬੂਥ ਤੱਕ ਕਿਵੇਂ ਮੈਨੇਜਮੈਂਟ ਕਰਨੀ ਹੈ, ਉਹਦੇ ਵਾਸਤੇ ਪੂਰੇ ਕਾਰਕੁਨ ਹੁੰਦੇ ਨੇ। ਇਸ ਵੇਲੇ ਕੁਝ ਵੀ ਨਹੀਂ ਹੈ ਇਸ ਪਾਰਟੀ ਦੇ ਕੋਲ। ਪਹਿਲਾਂ ਗੱਲਬਾਤ ਚੱਲੀ ਸੀ ਆਪ ਦੇ ਨਾਲ ਕਿ ਮਿਲ ਕੇ ਚੋਣਾਂ ਲੜਾਂਗੇ, ਕਿਉਂਕਿ ਆਪ ਵੀ ਅੰਦੋਲਨ ਵਿੱਚੋਂ ਨਿਕਲੀ ਹੈ। ਆਮ ਆਦਮੀ ਪਾਰਟੀ ਕੇਜਰੀਵਾਲ ਉਹਦੇ ਸੁਪਰੀਮੋ ਨੇ ਤੇ ਇਹ ਪਾਰਟੀ ਵੀ ਅੰਦੋਲਨ ਵਿੱਚੋਂ ਨਿਕਲੀ ਹੈ ਤੇ ਰਾਜੇਵਾਲ ਸਾਹਿਬ CM ਦਾ ਚਿਹਰਾ ਨੇ। ਹਾਲਾਂਕਿ ਕੁਝ ਵੀ ਨਹੀਂ ਮਿਲ ਰਿਹਾ, ਦੋਵਾਂ ਦੀਆਂ ਮੀਟਿੰਗਸ ਦੇ ਵਿੱਚੋਂ ਕੁਝ ਐਸਾ ਸਾਹਮਣੇ ਨਹੀਂ ਆ ਰਿਹਾ ਕਿ ਮਿਲ ਕੇ ਚੋਣਾਂ ਲੜਨਗੇ। ਪਰ ਆਪਣੇ ਆਪ ਜਦੋਂ ਲੜਨਗੇ ਤਾਂ ਤੁਹਾਨੂੰ ਲੱਗਦਾ ਹੈ ਕਿ ਇੱਕ ਪਾਰਟੀ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਪਾਉਣਗੇ ਇਹ ਕਿਸਾਨ? ਦੇਖੋ, ਕੁਝ ਗੱਲਾਂ ਜਿਹੜੀਆਂ ਕਨਸੂਆਂ ਸਾਡੇ ਸਾਹਮਣੇ ਆਈਆਂ ਨੇ
ਕਿ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਕਿਸਾਨ ਜਥੇਬੰਦੀਆਂ ਚੋਣਾਂ ਲੜਨ ਜਾ ਰਹੀਆਂ ਨੇ। ਪਰ ਇਹ ਗੱਲ ਵੀ ਬਹੁਤੀ ਸਾਫ਼ ਨਹੀਂ ਹੋ ਰਹੀ, ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਸ ਵੇਲੇ ਇਹ ਗੱਲ ਕਹੀ ਜਾ ਰਹੀ ਹੈ ਕਿ ਕੇਜਰੀਵਾਲ ਸਾਹਿਬ ਨੇ ਕੁਝ ਇੱਕ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਨੇ ਜਿਨ੍ਹਾਂ ਦਾ ਇਮੇਜ ਜਿਹੜਾ ਹੈ ਬਹੁਤ ਭੈੜਾ ਬਣਿਆ ਹੋਇਆ। ਇਹ ਕਾਰਨ ਸੀ ਕਿ ਪਿਛਲੀ ਵਾਰੀ ਵੀ ਬਹੁਤ ਸਾਰੇ ਭੈੜੇ ਇਮੇਜ ਵਾਲੇ ਲੋਕਾਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ ਔਰ ਉਸ ਦੇ ਵਿੱਚ ਕੋਈ ਵੱਡੀ ਪ੍ਰਾਪਤੀ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਸੀ ਕੀਤੀ ਜਾ ਸਕੀ। ਤੋ ਇਸ ਸ਼ਰਤ ਨੂੰ ਲੈ ਕੇ ਔਰ ਹੋਰ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਇਹਨਾਂ ਦੀਆਂ ਆਪਸ ਵਿਚਲੀਆਂ ਮੀਟਿੰਗਾਂ ਹੋਈਆਂ ਨੇ, ਜੋ ਇਸ ਗੱਲ ਦੀਆਂ ਕਨਸੂਆਂ ਸਾਨੂੰ ਮਿਲ ਰਹੀਆਂ ਨੇ। ਤੇ ਇਹ ਗੱਲ ਲਗਭਗ ਹੁਣ ਤੈਅ ਹੋ ਗਈ ਹੈ ਕਿ ਇਹ ਰਾਜੇਵਾਲ ਸਾਹਿਬ ਦੀ ਜਿਹੜੀਆਂ ਜਥੇਬੰਦੀਆਂ ਨੇ ਔਰ ਕੇਜਰੀਵਾਲ ਸਾਹਿਬ ਦੇ ਨਾਲ ਜੁੜੀ ਹੋਈ ਆਮ ਆਦਮੀ ਪਾਰਟੀ ਹੈ, ਇਹ ਵੱਖੋ ਵੱਖਰੇ ਤੌਰ ਤੇ ਹੀ ਚੋਣਾਂ ਲੜੇਗੀ। ਕਿਉਂਕਿ ਕੇਜਰੀਵਾਲ ਸਾਹਿਬ ਨੇ ਲਗਭਗ ਸਾਰੀਆਂ ਸੀਟਾਂ ਦੇ ਉੱਤੇ ਆਪਣੇ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਐਲਾਨ ਦਿੱਤੇ ਨੇ। ਔਰ ਇਹ ਗੱਲ ਸਹੀ ਆ ਵੀ ਜਿਸ ਢੰਗ ਦੇ ਨਾਲ ਕੇਜਰੀਵਾਲ ਸਾਹਿਬ ਕਿਸੇ ਮੁਹਿੰਮ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਇੱਕ ਵੱਖਰੀ ਸਿਆਸੀ ਧਿਰ ਬਣਾਈ ਸੀ, ਪਰ ਉਹ ਸਿਆਸੀ ਧਿਰ ਨੂੰ ਬਣਾਉਣ ਲਈ ਬਹੁਤ ਸਾਰਾ ਸਮਾਂ ਉਹਨਾਂ ਦੇ ਕੋਲ ਸੀ। ਉਸਨੇ ਕਾਡਰ ਬਣਾਉਣ ਦਾ ਯਤਨ ਕਰ ਲਿਆ ਸੀ। ਉਹ ਉਸ ਵੇਲੇ ਜਦੋਂ ਚੋਣ ਹੋਈ ਉਸ ਵੇਲੇ ਉਹਨਾਂ ਦੇ ਕੋਲ ਕੁਝ ਇੱਕ ਇਹੋ ਜਿਹੇ ਵਰਕਰ ਸਨ ਜਿਹੜੇ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਗੁੜੇ ਹੋਏ ਸੀ। ਪਰ ਸਾਨੂੰ ਇਸ ਗੱਲ ਦੀ ਸ਼ੰਕਾ ਹੈ ਕਿ ਜੇ ਰਾਜੇਵਾਲ ਸਾਹਿਬ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਬਿਨਾਂ ਸ਼ੱਕ ਉਹ ਮੂਵਮੈਂਟ ਕਰਨ ਲਈ, ਉਹ ਸੰਘਰਸ਼ ਕਰਨ ਲਈ ਤਾਂ ਬਹੁਤ ਪਰਪੱਕ ਹੋਣਗੇ, ਉਹ ਫੈਸਲੇ ਲੈਣ ਲਈ ਵੀ ਬਹੁਤ ਪਰਪੱਕ ਹੋਣਗੇ। ਪਰ ਰਾਜਨੀਤਿਕ ਤੌਰ ਤੇ ਜਿਹੜੇ ਫੈਸਲੇ ਲੈਣ ਦੀ ਲੋੜ ਹੋਏਗੀ ਉਸ ਦੇ ਵਿੱਚ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪਏਗੀ। ਇੱਕ ਗੱਲ। ਦੂਜੀ, ਇਹਨਾਂ ਨੂੰ ਆਪਣਾ ਇੱਕ ਵਿਧਾਨ ਬਣਾਉਣਾ ਪਏਗਾ। ਤੀਜੀ ਗੱਲ, ਲੋਕਾਂ ਦੇ ਸਾਹਮਣੇ ਆਪਣਾ ਗੱਲ ਰੱਖਣੀ ਹੋਏਗੀ ਕਿ ਵੱਖੋ ਵੱਖਰੇ ਵਰਗ ਦੇ ਲੋਕਾਂ ਲਈ ਉਹਨਾਂ ਦੇ ਸਾਹਮਣੇ ਕਿਹੜਾ ਇਮੇਜ ਹੈ, ਕਿਹੜਾ ਉਹਨਾਂ ਨੇ ਆਦਰਸ਼ ਜਿਹੜਾ ਹੈ ਉਹ ਚਿਤਵਿਆ ਹੈ, ਜਿਹੜਾ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਨੇ। ਤੇ ਚੌਥੀ ਗੱਲ ਇਹ ਕਿ ਕੀ ਉਹ ਰਾਜਨੀਤਿਕ ਖਲਾਅ ਨੂੰ, ਜਿਹੜਾ ਖਲਾਅ ਪੰਜਾਬ ਦੀ ਰਾਜਨੀਤੀ ਵਿੱਚ ਪੈ ਚੁੱਕਾ, ਉਸ ਨੂੰ ਭਰ ਸਕਣਗੇ। ਖਾਸ ਤੌਰ ਤੇ ਕਿ ਉਹ ਮੋਦੀ ਸਾਹਿਬ ਦੇ ਇਸ ਵਿਜ਼ਿਟ ਤੋਂ ਬਾਅਦ ਜਿਹੜਾ ਇੱਕ ਬਹੁਤ ਵੱਡਾ ਖਲਾਰਾ ਪੰਜਾਬ ਦੇ ਵਿੱਚ ਪੈ ਗਿਆ, ਕਿ ਉਸ ਦੇ ਟਾਕਰੇ ਲਈ ਵੀ ਉਹ ਯਤਨਸ਼ੀਲ ਹੋ ਸਕਣਗੇ ਕਿ ਉਹਨਾਂ ਦੇ ਕੋਲ ਕੋਈ ਇਹੋ ਜਿਹਾ ਵਿਜ਼ਨ ਹੈ ਕਿ ਜਿਸ ਕਿਸਮ ਦਾ ਵਰਤਾਰਾ ਹੁਣ ਕੇਂਦਰ ਦੀ ਸਰਕਾਰ ਤੇ ਭਾਜਪਾ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਜਾਣ ਵਾਲਾ ਹੈ, ਕਿ ਉਸ ਨੂੰ ਉਸ ਦਾ ਟਾਕਰਾ ਕਰਨ ਲਈ ਵੀ ਇਹਨਾਂ ਦੇ ਕੋਲ ਕੋਈ ਇਹੋ ਜਿਹਾ ਵਿਚਾਰ ਹੈ ਜਿਹਦੇ ਨਾਲ ਪੰਜਾਬ ਦੇ ਲੋਕ ਜਿਹੜੇ ਹੁਣ ਮਨ ਦੇ ਵਿੱਚ ਡਰ ਰਹੇ ਨੇ ਕਿ ਸਾਡੇ ਨਾਲ ਪਤਾ ਨਹੀਂ ਪੰਜਾਬੀ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਲਈ ਇਹਨਾਂ ਨੇ ਜੋ ਯਤਨ ਉਪਰਾਲਾ ਕੀਤਾ ਹੋਇਆ, ਉਸ ਨੂੰ ਅਸੀਂ ਸਾਂਭ ਵੀ ਸਕਾਂਗੇ ਕਿ ਨਹੀਂ ਸਾਂਭ ਸਕਾਂਗੇ। ਕਿਉਂਕਿ ਬਹੁਤ ਸਾਰੀਆਂ ਫੇਸਬੁੱਕ ਤੇ ਔਰ ਟਵਿੱਟਰ ਤੇ ਹੋਰ ਥਾਵਾਂ ਤੇ ਇਹੋ ਜਿਹੀਆਂ ਗੱਲਾਂ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਹੋ ਗਿਆ, ਤੇ ਇਹ ਖਤਰਾ ਜਿਹੜਾ ਹੈ ਪੰਜਾਬ ਵਿੱਚ ਜਾ ਕੇ ਹੋਇਆ ਹੈ ਔਰ ਪੰਜਾਬੀ ਜਿਹੜੇ ਨੇ ਇਹਨਾਂ ਨੂੰ 84 ਭੁੱਲ ਗਈ ਹੈ। ਤੋ ਇਸ ਕਿਸਮ ਦੀਆਂ ਗੱਲਾਂ ਜਿਸ ਵੇਲੇ ਦੇਖਣ ਸੁਣਨ ਨੂੰ ਮਿਲਦੀਆਂ ਨੇ, ਉਸ ਹਾਲਤ ਦੇ ਵਿੱਚ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਇਹ ਜਥੇਬੰਦੀਆਂ ਕਿ ਇਸ ਕੁਝ ਇਹ ਜਿਹੜਾ ਬਹੁਤ ਸਾਰਾ ਉਹਨਾਂ ਦੇ ਪੰਜਾਬੀਆਂ ਦੇ ਵਿਰੋਧ ਦੇ ਵਿੱਚ ਗੱਲਾਂ ਹੋ ਰਹੀਆਂ ਨੇ, ਉਸ ਦਾ ਨਤਾਰਾ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ। ਕਿਉਂਕਿ ਬਿਨਾਂ ਸ਼ੱਕ ਜਿਸ ਵੇਲੇ ਮੂਵਮੈਂਟ ਚੱਲੀ ਹੈ, ਦਿੱਲੀ ਦੀਆਂ ਬਰੂਹਾਂ ਤੇ ਇਹ ਲੋਕ ਬੈਠੇ, ਇਹਨਾਂ ਨੂੰ ਪਰਜੀਵੀ ਵੀ ਆਖਿਆ ਗਿਆ, ਖਾਲਿਸਤਾਨੀ ਵੀ ਆਖਿਆ ਗਿਆ, ਪਤਾ ਨਹੀਂ ਕੀ ਕੁਝ ਆਖਿਆ ਗਿਆ। ਉਸ ਹਾਲਤ ਦੇ ਵਿੱਚ ਤਾਂ ਇਹਨਾਂ ਨੇ ਬਹੁਤ ਨਿਡਰ ਹੋ ਕੇ ਔਰ ਵਧੀਆ ਢੰਗ ਦੇ ਨਾਲ ਟਾਕਰਾ ਕੀਤਾ ਮੋਦੀ ਸਰਕਾਰ ਦਾ, ਔਰ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਗੱਲ ਦੇ ਵਿੱਚ ਉਹਨਾਂ ਨੇ ਬੜੀ ਵੱਡੀ ਪ੍ਰਾਪਤੀ ਕੀਤੀ। ਪਰ ਹੁਣ ਉਹ ਜਥੇਬੰਦੀਆਂ ਵਾਲੀ ਗੱਲ ਸੀ, ਹੁਣ ਇੱਕ ਸਿਆਸੀ ਧਿਰ ਵਾਲੀ ਗੱਲ ਹੈ। ਹੁਣ ਇੱਕ ਸਿਆਸੀ ਧਿਰ ਉਹ ਹੈ ਜਿਹੜੀ ਪੂਰੀ ਦੀ ਪੂਰੀ ਕਿਸਾਨ ਜਥੇਬੰਦੀਆਂ ਦੀ ਨਹੀਂ ਹੈ, ਉਹਦੇ ਵਿੱਚੋਂ ਇੱਕ ਹਿੱਸੇ ਦੀ ਹੈ। ਆਪ ਸਾਰੇ ਇੱਕ ਥਾਂ ਹੋ ਕੇ ਨਹੀਂ ਲੜ ਰਹੇ। ਕੁਝ ਇੱਕ ਲੋਕਾਂ ਦਾ ਵਿਚਾਰ ਸੀ ਕਿ ਅਸੀਂ ਚੋਣਾਂ ਨਹੀਂ ਲੜਨੀਆਂ, ਉਹ ਵਿਚਾਰ ਤੋਂ ਉਲਟ ਹੋ ਕੇ ਪਰੇ ਹੋ ਕੇ ਬੈਠੇ ਨੇ, ਔਰ ਹੁਣ ਤੱਕ ਵੀ ਉਹ ਇਹ ਗੱਲ ਦੀ ਜ਼ੋਰ ਪਾ ਰਹੇ ਨੇ ਕਿ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ, ਕਿਉਂਕਿ ਇਹ ਤਾਂ ਇੱਕ ਪਲੇਟਫਾਰਮ ਸੀ ਜਿਹੜਾ ਉਹਨਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਕੀਤਾ ਸੀ,
ਔਰ ਇਸ ਪਲੇਟਫਾਰਮ ਦੇ ਉੱਤੇ ਹਾਲੇ ਬਹੁਤ ਸਾਰੀਆਂ ਹੋਰ ਮੰਗਾਂ ਨੇ ਜਿਹੜੀਆਂ ਪੂਰੀਆਂ ਹੋਣ ਵਾਲੀਆਂ ਨੇ, ਔਰ ਇਹਨਾਂ ਪੂਰੀਆਂ ਹੋਣ ਵਾਲੀਆਂ ਮੰਗਾਂ ਦੇ ਲਈ ਹਾਲੇ ਹੋਰ ਵੀ ਸੰਘਰਸ਼ ਕਰਨ ਦੀ ਲੋੜ ਪੈ ਗਈ। ਤੋ MSP ਦਾ ਮਸਲਾ ਹੈ, ਬਿਜਲੀ ਦੇ ਬਿੱਲ ਦਾ ਇੱਕ ਦਾ ਮਸਲਾ ਹੈ, ਪਰਾਲੀ ਵਾਲਾ ਮਸਲਾ ਹੈ, 750 ਜਿਹੜੇ ਕਿਸਾਨ ਜਿਹੜੇ ਨੇ ਉਹ ਆਪਣੀ ਜਾਨ ਗਵਾ ਬੈਠੇ, ਉਹਨਾਂ ਦੇ ਮੁਆਵਜ਼ੇ ਦਾ ਮਸਲਾ ਹੈ। ਬਹੁਤ ਸਾਰੇ ਹੋਰ ਮਸਲੇ ਨੇ ਜਿਹੜੇ ਇਹਨਾਂ ਜਥੇਬੰਦੀਆਂ ਨੇ ਪੂਰੇ ਕਰਨੇ ਨੇ, ਸਰਕਾਰ ਤੋਂ ਕਰਾਉਣੇ ਨੇ, ਔਰ ਸਰਕਾਰ ਹਾਲੇ ਉਹਨਾਂ ਨੂੰ ਕੋਈ ਡਾਹ ਨਹੀਂ ਦੇ ਰਹੀ। ਤੋ ਇਸ ਮਾਮਲੇ ਦੇ ਉੱਤੇ ਸਾਰਾ ਕੁਝ ਦੇਖਣ ਪਾਖਣ ਤੋਂ ਬਾਅਦ ਮੇਰੇ ਸਮਝ ਵਿੱਚ ਇਹ ਆਉਂਦਾ ਹੈ ਕਿ ਇਹ ਇੱਕ ਕੱਚਾ ਪਿੱਲਾ ਜਿਹਾ ਫੈਸਲਾ ਹੈ ਜਿਹੜਾ ਸ਼ਾਇਦ ਕਿਸਾਨ ਜਥੇਬੰਦੀਆਂ ਦੇ ਇੱਕ ਵਰਗ ਵੱਲੋਂ ਕੀਤਾ ਗਿਆ ਹੈ। ਜੀ ਪਲਾਹੀ ਸਾਹਿਬ ਕਹਿੰਦੇ ਨੇ ਕਿ ਅੰਗਰੇਜ਼ਾਂ ਦੀ ਨੀਤੀ ਸੀ ਡਿਵਾਈਡ ਐਂਡ ਰੂਲ, ਪਾੜੋ ਤੇ ਰਾਜ ਕਰੋ, ਤੇ ਮਾਹਿਰ ਮੰਨਦੇ ਨੇ ਕਿ ਇਹ ਨੀਤੀ ਸਾਡੇ ਭਾਰਤ ਦੇ ਸਿਆਸਤਦਾਨਾਂ ਨੇ ਵੀ ਫੋਲੋ ਕੀਤੀ ਹੈ। ਅੱਜ ਵੀ ਪਾੜੋ ਤੇ ਰਾਜ ਕਰੋ ਦੀ ਨੀਤੀ ਚੱਲਦੀ ਪਈ ਹੈ ਭਾਰਤ ਦੀ ਰਾਜਨੀਤੀ ਦੇ ਵਿੱਚ, ਪੰਜਾਬ ਦੀ ਰਾਜਨੀਤੀ ਦੇ ਵਿੱਚ। ਪਰ ਲੋਕਾਂ ਨੂੰ ਆਪਸ ਦੇ ਵਿੱਚ ਜੋੜਨਾ ਕ੍ਰਾਂਤੀ ਹੈ। ਇਸ ਕ੍ਰਾਂਤੀ ਦੀ ਮਿਸਾਲ ਪੈਦਾ ਕੀਤੀ ਕਿਸਾਨ ਅੰਦੋਲਨ ਨੇ, ਜਦੋਂ ਸਾਰੇ ਪੰਜਾਬ ਨੂੰ, ਸਾਰੇ ਭਾਰਤ ਨੂੰ, ਸਾਰੀ ਦੁਨੀਆ ਨੂੰ ਜੋੜ ਦਿੱਤਾ। ਤਾਂ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਸਾਰੀ ਗੱਲਬਾਤ ਨੂੰ ਦੇਖਦੇ ਹਾਂ ਕਿ ਕਿਸ ਹਿਸਾਬ ਦੇ ਨਾਲ ਪੰਜਾਬ ਦੀ ਸਿਆਸਤ ਅੱਗੇ ਵਧ ਰਹੀ ਹੈ, ਤਾਂ ਸਾਡਾ ਬੋਲਣਾ ਜ਼ਰੂਰ ਬਣਦਾ ਹੈ। ਪਰ ਕਈ ਵਾਰ ਅਸੀਂ ਚੁੱਪ ਕਰ ਜਾਂਦੇ ਹਾਂ ਕਿਉਂਕਿ ਪਪੂਲਰ ਸਟੇਟਮੈਂਟਸ ਕੋਈ ਹੋਰ ਹੁੰਦੀਆਂ ਨੇ, ਸਾਡੇ ਦਿਲ ਦੀ ਗੱਲ ਕੋਈ ਹੋਰ ਹੁੰਦੀ ਹੈ, ਤੇ ਅਸੀਂ ਪਪੂਲਰ ਸਟੇਟਮੈਂਟਸ ਨੂੰ ਇਸ ਕਰਕੇ ਫੋਲੋ ਕਰਦੇ ਹਾਂ, ਇਸ ਕਰਕੇ ਉਹਦੇ ਪਿੱਛੇ ਲੱਗਦੇ ਹਾਂ ਤਾਂ ਕਿ ਸਾਡੀ ਆਪਣੀ ਇਮੇਜ ਵਿਗੜ ਨਾ ਜਾਏ। ਤਾਂ ਪ੍ਰਧਾਨ ਮੰਤਰੀ ਸਾਹਿਬ ਦੀ ਜੋ ਫਿਰੋਜ਼ਪੁਰ ਦੀ ਰੈਲੀ ਹੈ ਉਸ ਦੇ ਵਿੱਚ ਸਿਕਿਉਰਿਟੀ ਬ੍ਰੀਚ ਹੋਈ। ਵੱਖੋ-ਵੱਖ ਸਿਆਸੀ ਆਗੂ ਵੱਖੋ-ਵੱਖ ਸਟੇਟਮੈਂਟਸ ਦੇ ਰਹੇ ਨੇ, ਵੱਖੋ-ਵੱਖ ਸਿਆਸੀ ਪਾਰਟੀਆਂ ਵੱਖੋ-ਵੱਖ ਸਟੇਟਮੈਂਟਸ ਦੇ ਰਹੀਆਂ ਨੇ, ਪਰ ਰਾਜੇਵਾਲ ਸਾਹਿਬ ਵੱਲੋਂ ਕੋਈ ਮੈਚੁਰ ਸਟੇਟਮੈਂਟ ਹਜੇ ਤੱਕ ਨਹੀਂ ਆਈ ਇਸ ਵਿਸ਼ੇ ਦੇ ਉੱਤੇ। ਤੇ ਨਾਲ ਦੇ ਨਾਲ ਜਦੋਂ ਆਪ ਨਾਲੋਂ ਅਲੱਗ ਹੋ ਗਏ ਨੇ, ਹੁਣ ਆਪਣੀ ਪਾਰਟੀ ਨੂੰ ਆਪ ਸੰਭਾਲ ਰਹੇ ਨੇ, ਫਿਰ ਵੀ ਕੋਈ ਸਟੇਟਮੈਂਟ ਨਹੀਂ ਆਈ ਰਾਜੇਵਾਲ ਸਾਹਿਬ ਵੱਲੋਂ। ਤੁਹਾਨੂੰ ਕੀ ਲੱਗਦਾ ਕਿ ਰਾਜੇਵਾਲ ਸਾਹਿਬ ਇੱਕ ਚੰਗੇ ਕਿਸਾਨ ਆਗੂ ਤਾਂ ਹੋ ਸਕਦੇ ਨੇ, ਪਰ ਕੀ ਇੱਕ ਚੰਗੇ ਚੀਫ ਮਿਨਿਸਟਰ ਸਾਬਿਤ ਹੋ ਸਕਦੇ ਨੇ ਪੰਜਾਬ ਦੇ ਵਾਸਤੇ ਜੇ ਉਹ ਚੋਣਾਂ ਜਿੱਤ ਕੇ ਸਿਆਸਤ ਵਿੱਚ ਆ ਕੇ ਸੱਤਾ ਦੇ ਉੱਤੇ ਕਾਬਜ਼ ਹੁੰਦੇ ਨੇ? ਦੇਖੋ, ਗੱਲ ਬੜੀ ਪੱਧਰੀ ਸਿੱਧੀ ਹੈ। ਇੱਕ ਮੁੱਖ ਮੰਤਰੀ ਹੋਣਾ ਵੱਖਰੀ ਗੱਲ ਹੈ, ਇੱਕ ਸਿਆਸਤਦਾਨ ਹੋਣਾ ਵੱਖਰੀ ਗੱਲ ਹੈ, ਇੱਕ ਸਪੋਕਸਮੈਨ ਹੋਣਾ ਵੱਖਰੀ ਗੱਲ ਹੈ। ਤੇ ਇਹ ਸਾਰੀਆਂ ਗੱਲਾਂ ਇੱਕ ਵਿਅਕਤੀ ਵਿਸ਼ੇਸ਼ ਰਾਜੇਵਾਲ ਜਿਹਨੇ ਸਾਰੀ ਉਮਰ ਸੰਘਰਸ਼ ਕੀਤਾ ਹੈ, ਸੱਤਾ ਨਹੀਂ ਹੰਢਾਈ, ਉਸ ਦੇ ਵਿੱਚ ਅਸੀਂ ਸ਼ਾਇਦ ਨਾ ਦੇਖ ਸਕੀਏ, ਕਿਉਂਕਿ ਐਡਮਿਨਿਸਟ੍ਰੇਸ਼ਨ ਕਰਨੀ ਬਹੁਤ ਵੱਡੀ ਗੱਲ ਹੁੰਦੀ ਹੈ, ਬੜੇ ਤਜਰਬੇ ਦੀ ਲੋੜ ਹੁੰਦੀ ਹੈ ਇਸ ਮਾਮਲੇ ਦੇ ਉੱਤੇ। ਤੇ ਇੱਕ ਗੱਲ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ ਵੀ ਹੁਣ ਇੱਕ ਸਿਆਸੀ ਧਿਰ ਹੋਣ ਦੇ ਨਾਤੇ ਉਹਨਾਂ ਨੂੰ ਕੁਝ ਇੱਕ ਬਿਆਨ ਜਿਹੜਾ ਹੈ ਉਹ ਦੇਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਦੀ ਜਿਹੜੀ ਸਿਕਿਉਰਿਟੀ ਦੀ ਬ੍ਰੀਚ ਹੋਈ ਹੈ ਉਸ ਗੱਲ ਤੇ ਉਹ ਚੁੱਪ ਬੈਠੇ ਨੇ, ਇਹ ਵੀ ਬਹੁਤ ਬੜੇ ਸਵਾਲ ਖੜੇ ਕਰਦਾ। ਬਿਨਾਂ ਸ਼ੱਕ ਇਸ ਗੱਲ ਨੂੰ ਮੰਨਿਆ ਜਾਣਾ ਚਾਹੀਦਾ ਕਿ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੀ ਬ੍ਰੀਚ ਜਿਹੜੀ ਹੈ ਇਹ ਇੱਕ ਇਹੋ ਜਿਹਾ ਮਸਲਾ ਹੈ ਜਿਹੜਾ ਸ਼ਾਇਦ ਪਹਿਲੀ ਵਾਰੀ ਨਹੀਂ ਵਾਪਰਿਆ। ਇਹ ਕਦੇ ਯੂਪੀ ਦੇ ਵਿੱਚ ਵੀ ਚੋਣਾਂ ਵੇਲੇ ਵੀ ਵਾਪਰਿਆ ਸੀ, ਚੋਣਾਂ ਵੇਲੇ ਨਹੀਂ ਕਿਸੇ ਹੋਰ ਸਮਾਗਮ ਦੇ ਵਿੱਚ ਵਾਪਰਿਆ ਸੀ। ਗੁਜਰਾਤ ਵਿੱਚ ਵੀ ਪ੍ਰਧਾਨ ਮੰਤਰੀ ਸਾਹਿਬ ਇਕੱਲੇ ਹੈਲੀਕਾਪਟਰ ਲੈ ਕੇ ਤੁਰ ਗਏ ਸੀ। ਇਹੀ ਮਸਲਾ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸੀ ਉਸ ਵੇਲੇ ਸਾਡੇ ਮਾਨਯੋਗ ਹੋਣ ਵਾਲੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਨ, ਇਹ ਮਸਲਾ ਉਸ ਵੇਲੇ ਵੀ ਵਾਪਰਿਆ ਸੀ। ਪਰ ਇਸ ਕਿਸਮ ਦਾ ਰੌਲਾ ਰੱਪਾ ਜਿਹੜਾ ਹੈ ਉਹ ਨਹੀਂ ਸੀ ਪਿਆ। ਬਿਨਾਂ ਸ਼ੱਕ ਇਹ ਇੱਕ ਬਹੁਤ ਵੱਡਾ ਮਸਲਾ ਹੈ। ਇਸ ਮਸਲੇ ਨੂੰ ਸਿਕਿਉਰਿਟੀ ਬ੍ਰੀਚ ਨੂੰ ਇੱਕ ਨੈਸ਼ਨਲ ਪੱਖ ਤੇ ਤੋਂ ਲਿਆ ਜਾਣਾ ਚਾਹੀਦਾ, ਪਰ ਉਹਨਾਂ ਲੋਕਾਂ ਨੂੰ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਵੀ ਆਪਣੇ ਵਿਚਾਰ ਇਸ ਮਾਮਲੇ ਦੇ ਉੱਤੇ ਦੇਣੇ ਚਾਹੀਦੇ ਨੇ। ਕੱਲ ਸਿੱਧੂ ਸਾਹਿਬ ਨੇ ਆਪਣੇ ਵਿਚਾਰ ਦਿੱਤੇ ਨੇ, ਕਾਂਗਰਸ ਵਾਲਿਆਂ ਨੇ ਆਪਣੇ ਢੰਗ ਨਾਲ ਗੱਲ ਕੀਤੀ ਹੈ, ਅਮਰਿੰਦਰ ਸਿੰਘ ਨੇ ਆਪਣੇ ਢੰਗ ਨਾਲ ਗੱਲ ਕੀਤੀ ਹੈ। ਤੇ ਜੇ ਤੁਸੀਂ ਸਿਆਸਤ ਵਿੱਚ ਆਉਂਦੇ ਹੋ ਤੇ ਸਿਆਸੀ ਲੋਕਾਂ ਵਾਂਗਰ ਹਰ ਮਾਮਲੇ ਦੇ ਉੱਤੇ ਘੱਟੋ ਘੱਟ ਪੰਜਾਬ ਦੇ ਮਸਲਿਆਂ ਦੇ ਉੱਤੇ ਤੁਹਾਨੂੰ ਵਿਚਾਰ ਪੇਸ਼ ਕਰਨ ਦੀ ਲੋੜ ਹੋਏਗੀ। ਇਸ ਵੇਲੇ ਦੂਜੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਹਾਲੇ ਕੋਈ ਇੱਦਾਂ ਦੀ ਸਥਿਤੀ ਪੈਦਾ ਨਹੀਂ ਹੋਈ ਕਿ ਕਿਸਾਨ ਜਥੇਬੰਦੀਆਂ ਇਕੱਲੇ ਤੌਰ ਤੇ ਕੋਈ ਵੱਡੀ ਜਿੱਤ ਜਿਹੜੀਆਂ ਚੋਣਾਂ ਦੇ ਵਿੱਚ ਪ੍ਰਾਪਤ ਕਰ ਸਕਣਗੀਆਂ ਤੇ ਉਹਨਾਂ ਦਾ ਜਿਹੜਾ ਨੁਮਾਇੰਦਾ ਹੈ, ਭਾਵੇਂ ਰਾਜੇਵਾਲ ਹੀ ਕਿਉਂ ਨਾ ਹੋਣ, ਉਹ ਮੁੱਖ ਮੰਤਰੀ ਬਣ ਸਕਦਾ ਹੈ। ਹਾਲੇ ਇੱਦਾਂ ਦੀਆਂ ਹਾਲਾਤਾਂ ਪ੍ਰਪੱਕ ਨਹੀਂ ਹੋਈਆਂ ਕਿ ਇਸ ਢੰਗ ਦੀ ਕੋਈ ਦ੍ਰਿਸ਼ ਜਿਹੜਾ ਸਾਡੇ ਸਾਹਮਣੇ ਪੇਸ਼ ਹੋਵੇ।
ਭਲਾਈ ਸਾਹਿਬ ਇੱਕ 4 ਲਾਈਨਾਂ ਦੇ ਵਿੱਚ ਤੁਹਾਡਾ ਉੱਤਰ ਚਾਹਾਂਗਾ। ਫਾਈਨਲ ਕੁਐਸਚਨ, ਤੁਹਾਨੂੰ ਨਹੀਂ ਲੱਗਦਾ ਕਿ ਸੰਯੁਕਤ ਕਿਸਾਨ ਮੋਰਚਾ ਜੋ ਸਿਆਸੀ ਪਾਰਟੀ ਬਣਾਈ ਗਈ ਹੈ ਇਹ ਜਜ਼ਬਾਤੀ ਹੋ ਕੇ ਬਣਾਈ ਗਈ ਹੈ, ਪ੍ਰੋਪਰ ਸਪੈਕੂਲੇਸ਼ਨ ਨਹੀਂ ਹੋਈ, ਪ੍ਰੋਪਰ ਸਟ੍ਰੈਟਜੀ ਨਹੀਂ ਬਣਾਈ ਗਈ, ਕੈਲਕੂਲੇਸ਼ਨਸ ਤੋਂ ਬਿਨਾ ਜਜ਼ਬਾਤੀ ਹੋ ਕੇ ਕਦਮ ਲਿੱਤਾ ਗਿਆ ਤੇ ਸਿਆਸੀ ਪਾਰਟੀ ਬਣਾ ਕੇ ਸਿਆਸਤ ਦੇ ਮੈਦਾਨ ਵਿੱਚ ਨਿੱਤਰ ਆਏ ਨੇ ਤੇ ਹੁਣ ਪਿੱਛੇ ਮੁੜਨਾ ਮੁਸ਼ਕਲ ਲੱਗਦਾ? ਬਿਲਕੁਲ ਸੰਜੀਵ ਜੀ, ਤੁਹਾਡੇ ਵਿਚਾਰ ਮੈਨੂੰ ਬਿਲਕੁਲ ਦਰੁਸਤ ਲੱਗਦੇ ਨੇ। ਜਜ਼ਬਾਤੀ ਤੌਰ ਤੇ ਇਹ ਸਾਰਾ ਕੁਝ ਹੋਇਆ ਹੈ ਔਰ ਇਸ ਮਾਮਲੇ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਆਪਸ ਵਿੱਚ ਵਿਚਾਰ ਚਰਚਾ ਦੀ ਲੋੜ ਸੀ, ਜਿਹੜੀ ਕਿ ਨਹੀਂ ਕੀਤੀ ਗਈ। ਹੁਣ ਕਿਉਂਕਿ ਇਸ ਪਾਸੇ ਵੱਲ ਅੱਗੇ ਪੈਰ ਪੱਟ ਲਏ ਗਏ ਨੇ ਤੇ ਮੈਂ ਸਮਝਦਾ ਵੀ ਸ਼ਾਇਦ ਰਾਜੇਵਾਲ ਸਾਹਿਬ ਇਹ ਮਹਿਸੂਸ ਕਰਦੇ ਹੋਣ ਵੀ ਜੇ ਪਿੱਛੇ ਵੱਲ ਨੂੰ ਅਸੀਂ ਝਾਕਦੇ ਹਾਂ ਤੇ ਫਿਰ ਸਾਡਾ ਰਾਜਨੀਤਿਕ ਤੌਰ ਤੇ ਤਾਂ ਨੁਕਸਾਨ ਹੋਏਗਾ, ਪਰ ਸਾਡੀਆਂ ਜਥੇਬੰਦੀਆਂ ਦੀ ਕ੍ਰੈਡੀਬਿਲਿਟੀ ਜਿਹੜੀ ਹੈ ਉਸ ਨੂੰ ਵੀ ਬਹੁਤ ਵੱਡਾ ਦਾਗ ਲੱਗੇਗਾ। ਸੋ ਇੱਕ ਜਜ਼ਬਾਤੀ ਢੰਗ ਨਾਲ ਲਿਆ ਗਿਆ ਫੈਸਲਾ ਜੋ ਹੈ ਉਸ ਨੂੰ ਅਸੀਂ ਇਸ ਢੰਗ ਦੇ ਨਾਲ ਗਿਣਦੇ ਹਾਂ ਵੀ ਇਹ ਵਕਤ ਦੇ ਅਨੁਸਾਰ ਲਿਆ ਹੋਇਆ ਫੈਸਲਾ ਨਹੀਂ ਸੀ ਜੀ। ਸੋ ਪੰਜਾਬ ਦੀ ਸਿਆਸਤ ਵਿੱਚ ਹੁਣ ਕੀ ਨਵੇਂ ਰੰਗ ਵੇਖਣ ਨੂੰ ਮਿਲਣਗੇ, ਪੰਜਾਬ ਵਾਸੀ ਇਸ ਦੀ ਉਡੀਕ ਕਰ ਰਹੇ ਨੇ। ਭਲਾਈ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਬਣੇ। ਮਿਹਰਬਾਨੀ, ਸ਼ੁਕਰੀਆ ਜੀ। ਅਸੀਂ ਇਹ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਰੱਬ ਅੱਗੇ ਕਿ ਰੱਬ ਖੈਰ ਕਰੇ, ਪੰਜਾਬ ਦੀਆਂ ਚੋਣਾਂ ਸਹੀ ਸਲਾਮਤ ਹੋ ਜਾਣ। ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਚਰਚਾ ਦਾ ਹਿੱਸਾ ਬਣੇ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ ਜੀ।